ਦੀਪ ਸਿੱਧੂ ਦੀ ਮੌਤ ਨੂੰ ਪੂਰੇ 10 ਦਿਨ ਹੋ ਚੁੱਕੇ ਨੇ ਤੇ 10 ਦਿਨਾਂ ਬਾਅਦ ਦੀਪ ਸਿੱਧੂ ਦੇ ਨਾਲ ਭਿਆਨਕ ਸੜਕ ਹਾਦਸੇ ਵਕਤ ਮੌਜੂਦ ਰੀਨਾ ਰਾਏ ਨੇ ਅੱਜ ਪਹਿਲੀ ਵਾਰੀ ਆਪਣੀ ਜ਼ੁਬਾਨ ਖੋਲੀ ਹੈ, ਆਪਣਾ ਮੂੰਹ ਖੋਲਿਆ ਹੈ ਤੇ ਐਕਸੀਡੈਂਟ ਦੀ ਸਾਰੀ ਕਹਾਣੀ ਦੱਸੀ ਹੈ। ਦੀਪ ਸਿੱਧੂ ਦੀ ਮੌਤ ਕਿਵੇਂ ਹੋਈ ਉਹ ਸਾਰਾ ਜਿਹੜਾ ਹਾਲ ਬਿਆਨ ਕੀਤਾ ਹੈ। ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ। ਦੀਪ ਸਿੱਧੂ ਦੀ ਅੰਤਿਮ ਅਰਦਾਸ ਹੋਈ ਕੱਲ। ਰੀਨਾ ਰਾਏ ਦੋਵੇਂ ਸਮਾਗਮਾਂ ਤੇ ਨਹੀਂ ਦਿਸੀ, ਅਮਰੀਕਾ ਚਲੀ ਗਈ ਸੀ ਤੇ ਉਹਨੇ ਹੁਣ ਸਾਰੀ ਜਿਹੜੀ ਕਹਾਣੀ ਹੈ ਉਹ ਦੱਸੀ ਹੈ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਆ ਕੇ। ਕੀ ਕੁਝ ਕਿਹਾ ਹੈ ਰੀਨਾ ਰਾਏ ਨੇ ਉਹ ਦੱਸ ਦਿੰਦੇ ਆ। ਰੀਨਾ ਰਾਏ ਦੀਪ ਸਿੱਧੂ ਦੀ ਦੋਸਤ ਸੀ ਅਤੇ ਉਹਨੇ ਸਾਰਾ ਕੁਝ ਜਿਹੜਾ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਵੀ ਕਿਹਾ। ਸਭ ਤੋਂ ਪਹਿਲਾਂ ਇੱਕ ਫੋਟੋ ਆਉਂਦੀ ਹੈ ਰੀਨਾ ਰਾਏ ਤੇ ਦੀਪ ਸਿੱਧੂ ਦੀ, ਦਰਬਾਰ ਸਾਹਿਬ ਦੀ ਤਸਵੀਰ ਹੈ, ਦੋਵੇਂ ਜਣੇ ਹੱਥ ਜੋੜ ਕੇ ਖੜੇ ਹੋਏ ਨੇ। ਉਸ ਤੋਂ ਬਾਅਦ ਰੀਨਾ ਰਾਏ ਨੇ ਕਿਹਾ ਹੈ ਕਿ ਮੇਰੇ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਾਂ। ਅੱਗੇ ਰੀਨਾ ਰਾਏ ਨੇ ਦੱਸਿਆ ਕਿ 2018 ਦੇ ਵਿੱਚ ਅਸੀਂ ਉਦੋਂ ਮਿਲੇ ਸੀ ਜਦੋਂ ਰੰਗ ਪੰਜਾਬ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ। ਸ਼ੂਟਿੰਗ ਤੇ ਅਸੀਂ ਪਹਿਲੀ ਵਾਰੀ ਮਿਲੇ ਸੀ ਅਤੇ ਸਾਡੀ ਦੋਸਤੀ ਹੈ ਜਿਹੜੀ ਪਹਿਲੀ ਵਾਰੀ ਮਿਲਣ ਤੇ ਹੀ ਹੋ ਗਈ ਸੀ ਤੇ ਉਸ ਤੋਂ ਬਾਅਦ ਸਾਡੇ ਵਿੱਚ ਪਿਆਰ ਪੈ ਗਿਆ ਸੀ। ਉਸਨੇ ਦੱਸਿਆ ਕਿ ਦੀਪ ਬਹੁਤ ਹੀ ਪਿਆਰਾ ਇਨਸਾਨ ਸੀ, ਸੈਲਫਲੈਸ ਪਰਸਨ ਸੀ, ਯਾਨੀ ਕਿ ਮਤਲਬੀ ਇਨਸਾਨ ਨਹੀਂ ਸੀ, ਜ਼ਿੰਦਗੀ ਨੂੰ ਬਹੁਤ ਹੀ ਜ਼ਿੰਦਾ ਦਿਲੀ ਦੇ ਨਾਲ ਜਿਉਂਦਾ ਸੀ ਤੇ ਮੂਵੀ ਦੀ ਸ਼ੂਟਿੰਗ ਦੇ ਦੌਰਾਨ ਹੀ ਸਾਡੀ ਦੋਸਤੀ ਹੈ ਜਿਹੜੀ ਉਹ ਡੂੰਘੀ ਹੁੰਦੀ ਗਈ। ਉਸ ਤੋਂ ਬਾਅਦ ਮੂਵੀ ਖਤਮ ਹੋਣ ਤੋਂ ਬਾਅਦ, ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਰਹਿੰਦੇ ਸੀ ਅਤੇ ਸਾਡੀ ਦੋਸਤੀ ਹੈ ਜਿਹੜੀ ਉਹ ਕਨੈਕਸ਼ਨ ਦੇ ਵਿੱਚ ਰਹੀ। ਰੀਨਾ ਨੇ ਦੱਸਿਆ ਕਿ ਸਾਡੀ ਦੋਸਤੀ ਅਜਿਹੀ ਸੀ ਜਿਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਸੀ। ਇੱਥੋਂ ਤੱਕ ਕਿ ਦੀਪ ਤੇ ਮੇਰੀ ਫੈਮਿਲੀ ਯਾਨੀ ਕਿ ਦੀਪ ਤੇ ਰੀਨਾ ਰਾਏ ਦੋਵਾਂ ਦੇ ਪਰਿਵਾਰ ਨੇ ਜਿਹੜੇ ਉਹ ਵੀ ਆਪਸ ਦੇ ਵਿੱਚ ਮਿਲਣ ਜੁਲਣ ਲੱਗ ਗਏ ਸੀ। ਇੱਥੋਂ ਤੱਕ ਕਿ ਉਹਦੇ ਪਰਿਵਾਰ ਦੇ ਮੈਂਬਰ ਵੀ ਸੈਨ ਫਰਾਂਸਿਸਕੋ ਆ ਕੇ ਗਏ ਨੇ ਅਤੇ ਉਹਨਾਂ ਨੇ ਮੇਰੀ ਭੈਣ ਰੂਮੀ ਦਾ ਵਿਆਹ ਹੈ ਜਿਹੜਾ ਉਹ ਵੀ ਅਟੈਂਡ ਕੀਤਾ ਸੀ, ਇਹ ਦੱਸਿਆ ਰੀਨਾ ਰਾਏ ਨੇ। ਰੀਨਾ ਨੇ ਅੱਗੇ ਇਹ ਵੀ ਦੱਸਿਆ ਕਿ ਦੀਪ ਤੇ ਮੈਂ ਦੋਵੇਂ ਉਹਦੇ ਭਰਾ ਮਨਦੀਪ ਦੇ ਘਰ ਜਾਂਦੇ ਰਹਿੰਦੇ ਸੀ, ਅਕਸਰ ਲੁਧਿਆਣੇ ਵਿੱਚ ਉਹਦੇ ਘਰ ਜਾਂਦੇ ਸੀ ਤੇ ਉਹਦੇ ਬੱਚਿਆਂ ਦੇ ਨਾਲ ਅਸੀਂ ਲੇਟ ਨਾਈਟ ਤੱਕ ਸਪੈਂਡ ਕਰਦੇ ਸੀ ਟਾਈਮ, ਬੱਚਿਆਂ ਦੇ ਨਾਲ ਹੱਸਦੇ ਖੇਡਦੇ ਰਹਿੰਦੇ ਸੀ ਅਤੇ ਉਸ ਤੋਂ ਬਾਅਦ ਅਸੀਂ ਦੋਵਾਂ ਨੇ ਆਪਣੇ ਭਵਿੱਖ ਬਾਰੇ ਸੋਚਣਾ ਵੀ ਸ਼ੁਰੂ ਕੀਤਾ। ਫਿਰ ਉਸਨੇ ਉਸ ਦਿਨ ਦੀ ਗੱਲ ਦੱਸੀ ਹੈ ਕਿ ਜਦੋਂ ਮੈਂ ਪਿਛਲੇ ਦਿਨੀ ਦਿੱਲੀ ਗਈ ਕਿਉਂਕਿ ਕੁਝ ਨਵੇਂ ਪ੍ਰੋਜੈਕਟ ਸ਼ੁਰੂ ਕਰਨੇ ਸੀ ਅਤੇ ਦੀਪ ਦੇ ਨਾਲ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਸੀ ਜਿਹੜਾ ਕਿ ਅਸੀਂ ਪਿਛਲੇ ਸਾਲ ਸੈਲੀਬ੍ਰੇਟ ਨਹੀਂ ਕਰ ਸਕੇ ਤੇ ਇੱਕ ਬਹੁਤ ਵਧੀਆ ਦਿਨ ਸੀ। ਤੇ 14 ਫਰਵਰੀ ਤੋਂ ਅਗਲੇ ਦਿਨ ਅਸੀਂ ਪੰਜਾਬ ਜਾਣ ਦਾ ਡਿਸਾਈਡ ਕੀਤਾ। ਅਸੀਂ ਆਪਣਾ ਸਾਰਾ ਸਮਾਨ ਪੈਕ ਕੀਤਾ, ਸਕਾਰਪੀਓ ਦੇ ਵਿੱਚ ਲੋਡ ਕੀਤਾ ਤੇ ਪੰਜਾਬ ਨੂੰ ਚੱਲ ਪਏ। ਰੀਨਾ ਨੇ ਦੱਸਿਆ ਕਿ ਦੀਪ ਤੇ ਮੈਂ ਥੋੜਾ ਸਮਾਂ ਗੱਲਾਂ ਕੀਤੀਆਂ ਜਦੋਂ ਅਸੀਂ ਦਿੱਲੀ ਤੋਂ ਪੰਜਾਬ ਵੱਲ ਨੂੰ ਚੱਲੇ, ਪਰ ਉਸ ਤੋਂ ਬਾਅਦ ਮੈਂ ਗੱਡੀ ਦੀ ਸੀਟ ਹੈ ਜਿਹੜੀ ਉਹ ਆਪਣੀ ਪਿੱਛੇ ਨੂੰ ਕਰਕੇ ਤੇ ਸੌਂ ਗਈ ਕਿਉਂਕਿ ਮੈਂ ਜੈਟ ਲੈਗ ਦੇ ਵਿੱਚ ਸੀ ਹਾਲੇ ਵੀ। ਰੀਨਾ ਨੇ ਅੱਗੇ ਲਿਖਿਆ ਕਿ ਉਸ ਤੋਂ ਬਾਅਦ ਮੈਨੂੰ ਜਾਗ ਉਦੋਂ ਆਈ ਜਦੋਂ ਮੈਨੂੰ ਲੱਗਿਆ ਕਿ ਮੇਰੀ ਸੀਟ ਨੂੰ ਕਿਸੇ ਨੇ ਜ਼ੋਰ ਦੀ ਹਿੱਟ ਕੀਤਾ ਹੈ ਤੇ ਮੈਨੂੰ ਇਸ ਤਰੀਕੇ ਦੇ ਨਾਲ ਮਹਿਸੂਸ ਹੋਇਆ ਜਿਵੇਂ ਮੇਰੀ ਸੀਟ ਦੇ ਥੱਲੇ ਅੱਗ ਲੱਗੀ ਹੋਈ ਹੈ। ਫਿਰ ਜਦੋਂ ਮੈਂ ਦੀਪ ਵੱਲ ਦੇਖਿਆ ਤਾਂ ਉਹ ਮੂਵ ਨਹੀਂ ਕਰ ਰਿਹਾ ਸੀ ਤੇ ਉਸੇ ਵਕਤ ਫਿਰ ਮੈਂ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਮੈਨੂੰ ਪਰਮਾਤਮਾ ਸ਼ਕਤੀ ਦੇਵੇ ਕਿ ਮੈਂ ਦੀਪ ਨੂੰ ਬਚਾ ਸਕਾਂ, ਦੀਪ ਦੀ ਹੈਲਪ ਕਰ ਸਕਾਂ ਤੇ ਫਿਰ ਮੈਂ ਲਗਾਤਾਰ ਚਿਲਾਉਣਾ ਸ਼ੁਰੂ ਕੀਤਾ। ਦੀਪ ਨੂੰ ਕਿਹਾ ਕਿ ਦੀਪ ਵੇਕ ਅਪ। ਰੀਨਾ ਨੇ ਦੱਸਿਆ ਕਿ ਉਹਦਾ ਜਿਹੜਾ ਮੂੰਹ ਹੈ ਉਹ ਬੜੀ ਮੁਸ਼ਕਿਲ ਦੇ ਨਾਲ ਮੈਂ ਜਦੋਂ ਫੜ ਕੇ ਆਪਣੇ ਵੱਲ ਕੀਤਾ ਤਾਂ ਉਹਦਾ ਜਿਹੜਾ ਫੇਸ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਦੇ ਨਾਲ ਬਲੱਡ ਦੇ ਨਾਲ ਭਰਿਆ ਹੋਇਆ ਸੀ ਤੇ ਇਹ ਦੇਖ ਕੇ ਮੈਂ ਇੱਕਦਮ ਫੇਂਟ ਹੋ ਗਈ, ਯਾਨੀ ਕਿ ਬੇਹੋਸ਼ੀ ਵਾਲੀ ਹਾਲਤ ਦੇ ਵਿੱਚ ਚਲੀ ਗਈ ਤੇ ਲਗਾਤਾਰ ਮਦਦ ਦੇ ਲਈ ਚਿਲਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਇੱਕ ਬੰਦਾ ਸਾਡੇ ਕੋਲੇ ਆਇਆ, ਉਸਨੇ ਮੈਨੂੰ ਪਹਿਲਾਂ ਗੱਡੀ ਦੇ ਵਿੱਚੋਂ ਕੱਢਿਆ ਅਤੇ ਮੈਨੂੰ ਥੱਲੇ ਧਰਤੀ ਦੇ ਉੱਤੇ ਲਿਟਾ ਦਿੱਤਾ। ਉੱਥੇ ਲੇਟੇ ਲੇਟੇ ਕਹਿੰਦੀ ਮੈਂ ਕਿਸੇ ਨੂੰ ਫੜਿਆ, ਉਸਨੂੰ ਮਨਦੀਪ ਨੂੰ ਯਾਨੀ ਕਿ ਦੀਪ ਦੇ ਭਰਾ ਮਨਦੀਪ ਨੂੰ ਫੋਨ ਲਾਇਆ ਅਤੇ ਬਾਕੀ ਜਿਹੜੇ ਆਸ-ਪਾਸ ਹੋਰ ਲੋਕਾਂ ਨੂੰ ਮਦਦ ਦੇ ਲਈ ਚਿਲਾਉਣਾ ਸ਼ੁਰੂ ਕੀਤਾ ਕਿ ਦੀਪ ਦੀ ਮਦਦ ਕਰੋ ਕਿਉਂਕਿ ਉਹ ਸੀਟ ਅਤੇ ਕਾਰ ਕੈਬਿਨ ਹੈ ਜਿਹੜਾ ਉਹਦੇ ਵਿੱਚ ਫਸਿਆ ਹੋਇਆ ਸੀ, ਬੁਰੇ ਤਰੀਕੇ ਦੇ ਨਾਲ ਫਸਿਆ ਹੋਇਆ ਸੀ। ਉਸ ਤੋਂ ਬਾਅਦ ਫਿਰ ਪਹਿਲੀ ਐਂਬੂਲੈਂਸ ਆਉਂਦੀ ਹੈ ਤੇ ਮੈਨੂੰ ਉਸ ਐਂਬੂਲੈਂਸ ਦੇ ਵਿੱਚ ਬਿਠਾਇਆ ਜਾਂਦਾ ਹੈ। ਤੇ ਰੀਨਾ ਨੇ ਦੱਸਿਆ ਕਿ 30 ਮਿੰਟ ਹੀ ਦੀਪ ਨੂੰ ਉੱਥੋਂ ਫਸੇ ਹੋਏ ਨੂੰ ਕੱਢਣ ਦੇ ਵਿੱਚ ਲੱਗੇ ਸੀ। ਪੂਰੇ 30 ਮਿੰਟਾਂ ਦੇ ਵਿੱਚ ਦੀਪ ਨੂੰ ਬੜੀ ਮੁਸ਼ੱਕਤ ਦੇ ਨਾਲ ਲੋਕਾਂ ਨੇ ਫਸੇ ਹੋਏ ਨੂੰ ਕੱਢਿਆ। ਉਸ ਤੋਂ ਬਾਅਦ ਫਿਰ ਦੂਸਰੀ ਐਂਬੂਲੈਂਸ ਆਉਂਦੀ ਹੈ ਤੇ ਰੀਨਾ ਰਾਏ ਨੇ ਦੱਸਿਆ ਕਿ ਫਿਰ ਸਾਨੂੰ ਦੋਵਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਮੈਂ ਇਹ ਬਿਲਕੁਲ ਨਹੀਂ ਸੀ ਜਾਣਦੀ ਕਿ ਦੀਪ ਇਸ ਦੁਨੀਆ ਤੇ ਨਹੀਂ ਰਿਹਾ। ਸਾਨੂੰ ਸਿਰਫ ਇਹ ਸੀ ਕਿ ਦੀਪ ਬੇਹੋਸ਼ ਹੋ ਗਿਆ ਹੈ, ਐਕਸੀਡੈਂਟ ਹੋ ਗਿਆ, ਉਹਦੇ ਸਿਰ ਦੇ ਵਿੱਚ ਸੱਟ ਵੱਜੀ ਹੈ ਤੇ ਨਾ ਹੀ ਮੈਨੂੰ ਕਿਸੇ ਨੇ ਦੱਸਿਆ।
ਉਸ ਤੋਂ ਬਾਅਦ ਕਹਿੰਦੀ ਜਦੋਂ ਹਸਪੀਟਲ ਚਲੇ ਗਏ ਤਾਂ ਪੂਰੇ 5 ਘੰਟੇ ਬਾਅਦ ਪੰਜਾਬ ਦੇ ਵਿੱਚ ਉਹਨੇ ਦੱਸਿਆ ਕਿ ਮੇਰਾ ਕੋਈ ਕਜ਼ਨ ਭਰਾ ਹੈ, ਉਹ ਹਸਪਤਾਲ ਦੇ ਵਿੱਚ ਆਇਆ ਅਤੇ ਮੇਰੇ ਪਰਿਵਾਰ ਦੇ ਕਹਿਣ ਦੇ ਉੱਤੇ ਮੈਨੂੰ ਨੈਸ਼ਨਲ ਹਾਰਟ ਇੰਸਟੀਚਿਊਟ ਹੈ ਜਿਹੜਾ ਦਿੱਲੀ ਦਾ, ਉੱਥੇ ਜਾ ਕੇ ਦਾਖਲ ਕਰਵਾ ਦਿੱਤਾ ਗਿਆ ਤੇ ਮੇਰੇ ਕੁਝ ਹੋਰ ਟੈਸਟ ਹੋਏ। ਰੀਨਾ ਨੇ ਦੱਸਿਆ ਕਿ ਉੱਥੇ ਜਾ ਕੇ ਉਸ ਹਸਪਤਾਲ ਦੇ ਵਿੱਚ ਜਾ ਕੇ ਮੇਰੀ ਫੈਮਿਲੀ ਨੇ, ਮੇਰੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਦੀਪ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਮੈਨੂੰ ਬਹੁਤ ਧੱਕਾ ਲੱਗਿਆ, ਸਦਮਾ ਲੱਗਿਆ। ਤੇ ਅੱਗੇ ਉਸਨੇ ਲਿਖਿਆ ਕਿ ਫਿਰ ਮੈਂ ਆਪਣੇ ਪਰਿਵਾਰ ਦੇ ਵਾਰ-ਵਾਰ ਕਹਿਣ ਤੇ ਅਮਰੀਕਾ ਵਾਪਸ ਚਲੀ ਗਈ ਤੇ ਮੈਂ ਤੇ ਮੇਰਾ ਪਰਿਵਾਰ ਹੈ ਜਿਹੜਾ ਉਹ ਪੂਰੀ ਆਸ ਕਰਦੇ ਹਾਂ, ਮੇਰੀ ਫੈਮਿਲੀ ਵੀ ਆਸ ਕਰਦੀ ਹੈ ਕਿ ਇਹ ਜਿਹੜਾ ਐਕਸੀਡੈਂਟ ਹੋਇਆ, ਹਾਦਸਾ ਹੋਇਆ, ਉਸ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਹੁਣ ਕਹਿੰਦੀ ਜਦੋਂ ਇਸ ਵਕਤ ਮੈਂ ਇਹ ਸਾਰਾ ਕੁਝ ਲਿਖ ਰਹੀ ਹਾਂ ਤਾਂ ਦੀਪ ਦੀ ਭੋਗ ਸੈਰੇਮਨੀ ਹੈ ਜਿਹੜੀ ਅੰਤਿਮ ਅਰਦਾਸ ਹੈ ਉਹ ਹੋ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਲੋਕ ਵੱਡੀ ਗਿਣਤੀ ਵਿੱਚ ਸੰਗਤ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਹੈ ਤਾਂ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਤੇ ਦੀਪ ਵੀ ਚੰਗਾ ਮਹਿਸੂਸ ਕਰਦਾ ਹੋਏਗਾ ਕਿ ਕਿੰਨਾ ਪਿਆਰ ਉਸ ਨੂੰ ਮਿਲ ਰਿਹਾ ਹੈ ਤੇ ਸੰਗਤ ਦਾ ਜਿਹੜਾ ਇੰਨਾ ਵੱਡਾ ਪਿਆਰ ਮਿਲ ਰਿਹਾ ਹੈ, ਇੰਨੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ, ਉਸ ਨੂੰ ਦੇਖ ਕੇ ਥੋੜਾ ਰਿਲੀਫ ਜ਼ਰੂਰ ਮਿਲ ਰਿਹਾ ਹੈ। ਹਾਲਾਂਕਿ ਮੈਂ ਸ਼ੌਕ ਦੇ ਵਿੱਚ ਹਾਂ ਪਰ ਇਹ ਜ਼ਰੂਰ ਸਕੂਨ ਦੇ ਰਿਹਾ ਹੈ, ਇਹਦੇ ਨਾਲ ਮੈਨੂੰ ਕੰਫਰਟ ਜ਼ਰੂਰ ਫੀਲ ਹੋ ਰਿਹਾ ਹੈ। ਅਸੀਂ ਉਹਨੂੰ ਬਹੁਤ ਯਾਦ ਕਰਦੇ ਹਾਂ ਤੇ ਕਰਦੇ ਰਹਾਂਗੇ। ਰੀਨਾ ਰਾਏ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ, ਸਾਰੀ ਦੁਨੀਆ ਦਾ ਧੰਨਵਾਦ ਕੀਤਾ ਹੈ, ਉਸਦੇ ਚਾਹਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਅਤੇ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਤੇ ਮੋਮਬੱਤੀ ਮਾਰਚ ਕੱਢੇ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕੀਤਾ ਹੈ। ਉਹਨੇ ਦੱਸਿਆ ਕਿ ਦੀਪ ਤੁਹਾਡੇ ਸਾਰਿਆਂ ਦੇ ਵਿੱਚ ਬਹੁਤ ਯਕੀਨ ਕਰਦਾ ਸੀ ਅਤੇ ਮੈਨੂੰ ਯਕੀਨ ਹੈ ਕਿ ਜਿੱਥੇ ਵੀ ਉਹ ਇਸ ਵਕਤ ਹੈਗਾ ਦੂਸਰੀ ਦੁਨੀਆ ਦੇ ਵਿੱਚ ਉਹ ਤੁਹਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ। ਰੀਨਾ ਨੇ ਕਿਹਾ, ਦੀਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਦੀਪ ਹੈਗਾ ਆ, ਮੈਂ ਤੈਨੂੰ ਕਹਿਣਾ ਚਾਹੁੰਦੀ ਹਾਂ ਕਿ ਤੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਇਨਸਪਾਇਰ ਕੀਤਾ ਹੈ। ਜੋ ਤੇਰਾ ਕਾਜ਼ ਸੀਗਾ ਉਸ ਨੂੰ ਸਾਰੇ ਅੱਜ ਜਾਣ ਗਏ ਨੇ ਅਤੇ ਪੰਜਾਬ ਦੇ ਭਵਿੱਖ ਦੇ ਲਈ ਇਹ ਬਹੁਤ ਚੰਗਾ ਹੋਏਗਾ। ਉਹ ਕਹਿੰਦੀ ਹੈ ਕਿ ਦੀਪ ਨੂੰ ਕਹਿੰਦੀ ਹੈ ਕਿ ਤੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਜਦੋਂ ਕੋਈ ਵੱਡਾ ਕੰਮ ਕਰਨਾ ਹੋਏ, ਮਹਾਨ ਕੰਮ ਕਰਨਾ ਹੋਏ ਤਾਂ ਉਹਦੇ ਲਈ ਮਹਾਨ ਕੁਰਬਾਨੀ ਦੀ ਵੀ ਲੋੜ ਹੁੰਦੀ ਹੈ ਤੇ ਤੂੰ ਉਹ ਕੁਰਬਾਨੀ ਕਰਕੇ ਚਲਾ ਗਿਆ। ਅਖੀਰ ਦੇ ਵਿੱਚ ਉਹਨੇ ਲਿਖਿਆ ਕਿ ਜਿਹੜਾ ਰੂਹਾਂ ਦਾ ਰਿਸ਼ਤਾ ਹੁੰਦਾ ਉਹ ਕਦੇ ਖਤਮ ਨਹੀਂ ਹੋਏਗਾ। ਮੈਂ ਤੈਨੂੰ ਅਗਲੀ ਦੁਨੀਆ ਦੇ ਵਿੱਚ ਜ਼ਰੂਰ ਮਿਲਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਉਸਨੇ ਇਸ ਸਾਰੀ ਲਿਖਤ ਹੈ ਜਿਹੜੀ ਉਸ ਨੂੰ ਐਂਡ ਕੀਤਾ ਹੈ ਤੇ ਉਸ ਤੋਂ ਬਾਅਦ ਕੁਝ ਫੋਟੋਆਂ ਨੇ ਜਿਹੜੀਆਂ ਦੀਪ ਸਿੱਧੂ ਦੇ ਨਾਲ ਉਹ ਵੀ ਪੋਸਟ ਕੀਤੀਆਂ ਨੇ। ਰੀਨਾ ਰਾਏ ਨੇ ਜਦੋਂ ਇਹ ਪੋਸਟ ਪਾਈ ਹੈ ਤਾਂ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਨੇ। 2:45 ਵਜੇ ਤੱਕ 16,000 ਤੋਂ ਵੱਧ ਲੋਕ ਇਸ ਪੋਸਟ ਨੂੰ ਦੇਖ ਚੁੱਕੇ ਸੀ ਅਤੇ 970 ਦੇ ਕਰੀਬ ਕਮੈਂਟ ਨੇ ਜਿਹੜੇ ਉਹ ਆ ਚੁੱਕੇ ਨੇ। ਤਾਂ ਲੋਕ ਕੁਝ ਸਵਾਲ ਹਲੇ ਵੀ ਖੜੇ ਕਰ ਰਹੇ ਨੇ ਤੇ ਲੋਕ ਜਿਹੜਾ ਸਭ ਤੋਂ ਵੱਡਾ ਸਵਾਲ ਕਰ ਰਹੇ ਨੇ ਉਹ ਇਹੀ ਹੈ ਕਿ ਜੇ ਤੁਹਾਡਾ ਦੀਪ ਦੇ ਨਾਲ ਇੰਨਾ ਡੂੰਘਾ ਰਿਸ਼ਤਾ ਸੀ ਤਾਂ ਤੁਸੀਂ ਨਾ ਅੰਤਿਮ ਸੰਸਕਾਰ ਤੇ ਆਏ, ਨਾ ਤੁਸੀਂ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ, ਤਾਂ ਇਹ ਕੈਸਾ ਰਿਸ਼ਤਾ ਸੀ? ਇੰਨਾ ਡਰ ਆਖਿਰਕਾਰ ਕਿਉਂ ਹੈ? ਤੁਸੀਂ ਕਿਉਂ ਲੋਕਾਂ ਦੇ ਸਾਹਮਣੇ ਆ ਕੇ ਵੀਡੀਓ ਰੂਪ ਦੇ ਵਿੱਚ ਕਿਉਂ ਨਹੀਂ ਦੱਸ ਰਹੇ ਕਿ ਆਖਿਰਕਾਰ ਉਸ ਦਿਨ ਕੀ ਹੋਇਆ ਸੀ? ਹਾਲਾਂਕਿ ਸਾਰੀ ਪੋਸਟ ਦੇ ਵਿੱਚ ਰੀਨਾ ਰਾਏ ਨੇ ਇਹ ਦੱਸਿਆ ਕਿ ਹਾਦਸਾ ਹੋਇਆ ਸੀ, ਭਿਆਨਕ ਹਾਦਸੇ ਦੇ ਵਿੱਚ ਮੌਤ ਹੋਈ ਸੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਮੰਨਦੇ ਨੇ ਕਿ ਭਿਆਨਕ ਹਾਦਸੇ ਦੇ ਵਿੱਚ ਚਾਹੇ ਮੌਤ ਹੋਈ ਹੈ ਪਰ ਕੀ ਇਹ ਹਾਦਸਾ ਪਲਾਂਟਡ ਤਾਂ ਨਹੀਂ ਸੀ, ਕਿ ਇਹ ਹਾਦਸਾ ਮਿੱਥ ਕੇ ਤਾਂ ਨਹੀਂ ਕਰਵਾਇਆ ਗਿਆ ਸੀ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕੱਲ ਭੋਗ ਦੇ ਮੌਕੇ ਵੀ ਕੁਝ ਲੋਕਾਂ ਨੇ ਇਸ ਦੀ ਮੰਗ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਦੀ ਮੰਗ ਕੀਤੀ ਹੈ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ। ਸਿਮਰਨਜੀਤ ਸਿੰਘ ਮਾਨ ਨੇ ਤਾਂ ਇਹ ਬਿਆਨ ਵੀ ਦਿੱਤਾ ਹੈ ਕਿ ਅਸੀਂ UNO ਤੱਕ ਇਸ ਹਾਦਸੇ ਦੀ ਜਾਂਚ ਦੀ ਮੰਗ ਕਰਨ ਦੇ ਲਈ ਜਾਵਾਂਗੇ, UNO ਨੂੰ ਲਿਖਾਂਗੇ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸੋ ਰੀਨਾ ਰਾਏ ਦਾ ਬਿਆਨ ਵੀ ਆ ਗਿਆ ਹੈ, ਉਸਨੇ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਕਿਉਂਕਿ ਉਸ ਤੇ ਵੀ ਬਹੁਤ ਸਵਾਲ ਉੱਠ ਰਹੇ ਨੇ ਤੇ ਕਮੈਂਟ ਜਦੋਂ ਦੇਖਦੇ ਆ ਤਾਂ ਬਹੁਤ ਸਾਰੇ ਲੋਕ ਉਸ ਦੇ ਨਾਲ ਹਮਦਰਦੀ ਵੀ ਜ਼ਾਹਿਰ ਕਰ ਰਹੇ ਨੇ ਤੇ ਕੁਝ ਲੋਕ ਹਾਲੇ ਵੀ ਸਵਾਲ ਚੁੱਕ ਰਹੇ ਨੇ। ਦੀਪ ਦੇ ਹਾਦਸੇ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਇਹ ਮਹਿਜ਼ ਇੱਕ ਹਾਦਸਾ ਸੀ? ਇਹ ਇੱਕ ਵੱਡਾ ਸਵਾਲ ਹੈ ਜਿਹੜਾ ਹਾਲੇ ਤੱਕ ਲੋਕਾਂ ਦੇ ਸਾਹਮਣੇ ਖੜਾ ਹੈ। ਧੰਨਵਾਦ।